ਸਤਿ ਸ਼੍ਰੀ ਅਕਾਲ ਜੀ। ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਘਾ ਸਵਾਗਤ ਕਰਦੀ ਹਾਂ। ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ। ਇੰਡੋ ਅਮਰੀਕਨ ਚੈਂਬਰ ਆਫ ਕਾਮਰਸ ਦਾ ਤੀਸਰਾ ਊਰਜਾ ਸੰਮੇਲਨ ਦੋਵਾਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਦੇ ਸਬੰਧ ਵਿੱਚ ਇੱਕ ਚੰਗੀ ਖਬਰ। ਭਾਰਤ ਨਾਲ ਕੰਮ ਕਰਨ ਦੀ ਅਮਰੀਕੀ ਵਚਨਬੱਧਤਾ ਨੂੰ ਦੁਹਰਾਇਆ। यूके ਵਿੱਚ ਭਾਰਤੀ ਪਰਿਵਾਰ ਦੇ ਰੈਸਟੋਰੈਂਟ ਤੇ ਹਮਲਾ, 3 ਔਰਤਾਂ ਸਮੇਤ 5 ਜਣੇ ਹੋਏ ਜ਼ਖਮੀ। ਸ਼ੱਕੀਆਂ ਨੇ ਪੈਟਰੋਲ ਬੰਬ ਦੀ ਕੀਤੀ ਵਰਤੋਂ। ਪਾਕਿਸਤਾਨ ਦੇ ਨਾਲ ਮੁੜ ਹੋਏਗਾ ਯੁੱਧ, CTS ਅਨਿਲ ਚੌਹਾਨ ਨੇ ਕੀਤਾ ਦਾਅਵਾ। ਕਿਹਾ ਯੁੱਧ ਅਤੇ ਸ਼ਾਂਤੀ ਵਿੱਚ ਅੰਤਰ ਮਿਟ ਗਿਆ। ਦੁਨੀਆ ਵਿੱਚ ਮੇਕ ਇਨ ਇੰਡੀਆ ਲਿਖੀ EV ਚੱਲੇਗੀ। ਮਾਰੂਤੀ ਦੀ ਪਹਿਲੀ EV ਨੂੰ PM ਨੇ ਵਿਖਾਈ ਹਰੀ ਝੰਡੀ। ਗੁਜਰਾਤ ਪਲਾਂਟ ਤੋਂ 100 ਦੇਸ਼ਾਂ ਨੂੰ ਹੋਵੇਗਾ ਨਿਰਯਾਤ। ਹੁਣ ਖਬਰਾਂ ਵਿਸਥਾਰ ਦੇ ਨਾਲ। ਭਾਰਤ ਅਮਰੀਕਾ ਦੇ ਚੱਲ ਰਹੇ ਟੈਰਿਫ ਵਿਵਾਦ ਦੇ ਵਿਚਕਾਰ ਦੋਵਾਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਦੇ ਸਬੰਧ ਵਿੱਚ ਇੱਕ ਚੰਗੀ ਖਬਰ ਹੈ। ਦਰਅਸਲ ਭਾਰਤ ਵਿੱਚ ਅਮਰੀਕੀ ਰਾਜਦੂਤ ਦੇ ਪ੍ਰਿੰਸੀਪਲ ਕਮਰਸ਼ੀਅਲ ਅਫਸਰ ਸ਼ਾਓ ਬਿੰਗ ਫੇਂਗ ਨੇ ਮੰਗਲਵਾਰ ਨੂੰ ਊਰਜਾ ਸੁਰੱਖਿਆ ਸਾਂਝੇਦਾਰੀ ਦੇ ਮਾਮਲੇ ਵਿੱਚ ਭਾਰਤ ਦੇ ਨਾਲ ਕੰਮ ਕਰਨ ਦੀ ਅਮਰੀਕਾ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਨਵੀਂ ਦਿੱਲੀ ਦੇ ਵਿੱਚ ਆਯੋਜਿਤ ਇੰਡੋ ਅਮਰੀਕਨ ਚੈਂਬਰ ਆਫ ਕਾਮਰਸ ਦੇ ਤੀਸਰੇ ਊਰਜਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਫੈਂਗ ਨੇ ਊਰਜਾ ਖੇਤਰ ਵਿੱਚ ਨਵੀਂ ਦਿੱਲੀ ਅਤੇ ਵਾਸ਼ਿੰਗਟਨ DC ਵਿਚਕਾਰ ਵਧ ਰਹੇ ਸਹਿਯੋਗ ਬਾਰੇ ਗੱਲ ਕੀਤੀ। ਇਸ ਦੌਰਾਨ ਫੈਂਗ ਨੇ ਕਿਹਾ ਕਿ ਫਰਵਰੀ 2025 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਸਥਾਨਕ ਊਰਜਾ ਬਾਜ਼ਾਰਾਂ ਨੂੰ ਆਕਾਰ ਦੇਣ ਵਿੱਚ ਮੋਹਰੀ ਉਤਪਾਦਕਾਂ ਅਤੇ ਖਪਤਕਾਰਾਂ ਵਜੋਂ ਦੋਵਾਂ ਦੇਸ਼ਾਂ ਦੀ ਸਾਂਝੀ ਭੂਮਿਕਾ ਦੀ ਪੁਸ਼ਟੀ ਕੀਤੀ। ਦੋਵਾਂ ਨੇਤਾਵਾਂ ਨੇ ਤੇਲ, ਗੈਸ ਅਤੇ ਸਿਵਲ ਪਰਮਾਣੂ ਊਰਜਾ ਨੂੰ ਕਵਰ ਕਰਨ ਵਾਲੀ ਇੱਕ ਲੰਮੇ ਸਮੇਂ ਦੀ ਦੁਵੱਲੀ ਊਰਜਾ ਸੁਰੱਖਿਆ ਭਾਈਵਾਲੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। As we look to the future, the United States remains committed to working with India through the export of high-quality, world-class products and services to help India achieve its goals of energy security and economic growth. The India-American Chamber of Commerce has been a steadfast partner in advancing U.S. exports to the Indian market in the energy sector, and I commend their efforts in organizing this summit. In closing, I want to emphasize that the challenges we face today require bold action and unwavering cooperation. By harnessing the power of innovation of American energy products and services, the United States can help India provide the energy products it requires to sustain its economic growth and build a secure energy future. And before I close, I'd like to take this opportunity to introduce my colleague, Anisha. Anisha, you stand up. Anisha is a specialist in energy sector at Foreign Commercial Service at U.S. Embassy. And we are eager to partner with you, collaborate with you for our efforts, joint efforts. So feel free to reach out to us and Anisha after the session, and we would love to meet with you in the near future to discuss how we can work together. ਤੁਹਾਨੂੰ ਦੱਸ ਦਈਏ ਕਿ IACC ਊਰਜਾ ਸੰਮੇਲਨ ਨਵਿਆਉਣਯੋਗ ਊਰਜਾ, ਹਾਈਡਰੋਕਾਰਬਨ ਅਤੇ ਸਿਵਲ ਪਰਮਾਣੂ ਸਹਿਯੋਗ ਵਿੱਚ ਮੌਕਿਆਂ ਦੀ ਪੜਚੋਲ ਕਰਨ ਦੇ ਨਾਲ-ਨਾਲ ਖੇਤਰ ਵਿੱਚ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ। UK ਦੇ ਵਿੱਚ ਭਾਰਤੀ ਪਰਿਵਾਰ ਦੇ ਰੈਸਟੋਰੈਂਟ ਨੂੰ ਪੈਟਰੋਲ ਬੰਬ ਸੁੱਟ ਕੇ ਫੂਕਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਵਾਰਦਾਤ ਦੌਰਾਨ 5 ਜਣੇ ਜ਼ਖਮੀ ਹੋਏ ਨੇ। ਈਸਟ ਲੰਡਨ ਦੇ ਈਲਫਰਡ ਇਲਾਕੇ ਵਿੱਚ ਵਾਪਰੀ ਵਾਰਦਾਤ ਦੀ ਪੜਤਾਲ ਕਰ ਰਹੀ ਪੁਲਿਸ ਦੇ ਵੱਲੋਂ 2 ਸ਼ੱਕੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਉਮਰ 54 ਸਾਲ ਅਤੇ 15 ਸਾਲ ਦੱਸੀ ਜਾ ਰਹੀ ਹੈ। ਵਾਰਦਾਤ ਦੌਰਾਨ ਜ਼ਖਮੀ ਹੋਣ ਵਾਲਿਆਂ ਵਿੱਚੋਂ 3 ਔਰਤਾਂ ਨੇ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। दरअसल एक स्थानक कारोबारी सईद बुखारी ने मीडिया नाल गलबात करदियां दस्सिया कि लोग इधर उधर दौड़ रहे सन। रेस्टोरेंट विच मौजूद हर शख्स अपनी जान बचाउण दे लई संघर्ष करदा नजर आया है। वारदात मगरों रेस्टोरेंट का मैनेजर बेहद डर गया ਅਤੇ ਉਸ ਦੀਆਂ ਅੱਖਾਂ ਦੇ ਵਿੱਚੋਂ ਲਗਾਤਾਰ ਹੰਝੂ ਵਗ ਰਹੇ ਸਨ।
ਕਿ ਯੂਕੇ ਦੇ ਵਿੱਚ ਭਾਰਤੀ ਪਰਿਵਾਰ ਦੇ ਉੱਤੇ ਇੰਨਾ ਵੱਡਾ ਨਸਲੀ ਹਮਲਾ ਭਾਈਚਾਰੇ ਦੀਆਂ ਚਿੰਤਾਵਾਂ ਦਾ ਕਾਰਨ ਬਣ ਗਿਆ। ਵਾਰਦਾਤ ਦੇ ਇੱਕ ਹੋਰ ਚਸ਼ਮਦੀਦ ਨੇ ਕਿਹਾ ਹੈ ਕਿ ਅੱਗ ਦੀਆਂ ਲਾਟਾਂ ਉੱਠ ਰਹੀਆਂ ਸਨ ਅਤੇ ਇੱਕ ਸ਼ਖਸ ਗੰਭੀਰ ਜ਼ਖਮੀ ਹਾਲਤ ਵਿੱਚ ਧਰਤੀ ਤੇ ਪਿਆ ਨਜ਼ਰ ਆਇਆ। ਐਮਰਜੈਂਸੀ ਕਾਮਿਆਂ ਵੱਲੋਂ ਕੁਝ ਲੋਕਾਂ ਨੂੰ ਆਕਸੀਜਨ ਰਾਹੀਂ ਸਾਹ ਦਿਵਾਉਣ ਦੇ ਯਤਨ ਕੀਤੇ ਜਾ ਰਹੇ ਸਨ। ਉਧਰ ਪੁਲਿਸ ਇੰਸਪੈਕਟਰ ਮਾਰਕ ਰੋਜ਼ਰਸ ਨੇ ਦੱਸਿਆ ਹੈ ਕਿ ਮਾਮਲੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਬਿਨਾਂ ਸ਼ੱਕ ਵਾਰਦਾਤ ਮਗਰੋਂ ਇਲਾਕੇ ਦੇ ਲੋਕ ਡਰੇ ਹੋਏ ਨੇ ਅਤੇ ਉਹਨਾਂ ਨੂੰ ਤਸੱਲੀ ਦੇਣ ਦੇ ਯਤਨ ਕੀਤੇ ਜਾ ਰਹੇ ਨੇ। ਸੋ ਰੈਸਟੋਰੈਂਟ ਦੇ ਮਾਲਕ ਦਾ ਨਾਂ ਸੁਧੀਰ ਦੱਸਿਆ ਜਾ ਰਿਹਾ ਹੈ ਅਤੇ ਸੀਸੀਟੀਵੀ ਫੁਟੇਜ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਈ ਨਕਾਬਪੋਸ਼ ਅਗਜ਼ਨੀ ਦੀ ਵਾਰਦਾਤ ਨੂੰ ਅੰਜਾਮ ਦੇਣ ਪਹੁੰਚੇ। ਕੁਝ ਰਿਪੋਰਟਸ ਵਿੱਚ ਪੈਟਰੋਲ ਬੰਬ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਹੈ, ਜਦਕਿ ਕੁਝ ਰਿਪੋਰਟਾਂ ਮੁਤਾਬਕ ਤੇਲ ਛਿੜਕ ਕੇ ਅੱਗ ਲਗਾਈ ਗਈ। ਸੋ ਇੱਥੇ ਦੱਸਣਾ ਬਣਦਾ ਹੈ ਕਿ ਬਿਲਕੁਲ ਇਸੇ ਕਿਸਮ ਦੀਆਂ ਵਾਰਦਾਤਾਂ ਕੈਨੇਡਾ ਵਿੱਚ ਸਾਊਥ ਏਸ਼ੀਅਨ ਲੋਕਾਂ ਦੀ ਮਾਲਕੀ ਵਾਲੇ ਰੈਸਟੋਰੈਂਟਸ ਵਿੱਚ ਸਾਹਮਣੇ ਆ ਚੁੱਕੀਆਂ ਨੇ। ਕਪਿਲ ਸ਼ਰਮਾ ਦੇ ਰੈਸਟੋਰੈਂਟ ਤੇ 2 ਵਾਰ ਗੋਲੀਆਂ ਚੱਲਣ ਦਾ ਮਾਮਲੇ ਵੀ ਪੜਤਾਲ ਅਧੀਨ ਹੈ ਅਤੇ ਹੁਣ ਤੱਕ ਸ਼ੱਕੀ ਕਾਬੂ ਨਹੀਂ ਕੀਤੇ ਜਾ ਸਕੇ। ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਚੀਨ ਅਤੇ ਪਾਕਿਸਤਾਨ ਨੂੰ ਸਿੱਧਾ ਸੁਨੇਹਾ ਦਿੱਤਾ ਹੈ। ਉਹਨਾਂ ਨੇ ਦੇਸ਼ ਦੀ ਸੁਰੱਖਿਆ ਤੇ ਭਵਿੱਖ ਦੀਆਂ ਤਿਆਰੀਆਂ ਬਾਰੇ ਵੀ ਕਈ ਜਾਣਕਾਰੀ ਦਿੱਤੀ ਹੈ। ਸੋ ਉਹਨਾਂ ਕਿਹਾ ਹੈ ਕਿ ਭਾਰਤ ਹਮੇਸ਼ਾ ਹੀ ਸ਼ਾਂਤੀ ਦਾ ਸਮਰਥਕ ਰਿਹਾ ਹੈ, ਪਰ ਸ਼ਕਤੀ ਤੋਂ ਬਿਨਾਂ ਸ਼ਾਂਤੀ ਸਿਰਫ ਇੱਕ ਕਲਪਨਾ ਹੀ ਰਹਿੰਦੀ ਹੈ। ਜਨਰਲ ਚੌਹਾਨ ਨੇ ਆਉਣ ਵਾਲੇ ਸਮੇਂ ਵਿੱਚ ਆਪਰੇਸ਼ਨ ਸਿੰਦੂਰ ਅਤੇ ਭਾਰਤ ਦੇ ਨਵੇਂ ਰੱਖਿਆ ਪ੍ਰਣਾਲੀ ਸੁਦਰਸ਼ਨ ਚੱਕਰ ਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ। ਸੀਡੀਐਸ ਨੇ ਕਿਹਾ ਕਿ ਆਧੁਨਿਕ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਸਿਰਫ ਸ਼ਾਂਤੀ ਦੀ ਇੱਛਾ ਹੀ ਕਾਫੀ ਨਹੀਂ ਹੈ, ਸਗੋਂ ਇਸ ਦੇ ਨਾਲ ਰਣਨੀਤਿਕ ਸ਼ਕਤੀ ਅਤੇ ਤਿਆਰੀ ਵੀ ਜ਼ਰੂਰੀ ਹੈ। ਉਹਨੇ ਕਿਹਾ ਕਿ ਸੁਦਰਸ਼ਨ ਚੱਕਰ ਨਾ ਸਿਰਫ ਦੇਸ਼ ਦੇ ਫੌਜੀ ਅਤੇ ਨਾਗਰਿਕ ਸਥਾਨਾਂ ਦੀ ਰੱਖਿਆ ਕਰੇਗਾ, ਸਗੋਂ ਇਹ ਭਾਰਤ ਦੀ ਰੱਖਿਆ ਰਣਨੀਤੀ ਵਿੱਚ ਇੱਕ ਨਵੀਂ ਦਿਸ਼ਾ ਵੀ ਤੈਅ ਕਰੇਗਾ। Sudarshan Chakra, India's own Iron Dome or Golden Dome. The Honorable Prime Minister had made a mention of this on 15th of August when he spoke about Sudarshan Chakra. That will enhance India's strategic defense, and he said that he expects it to be rolled out by 2035. Over here, I think the aim is to develop a readiness system to protect India's strategic, civilian and nationally important sites, and it will act both as a shield as well as a sword. It will entail development of robust infrastructure and processes for detection, acquisition, neutralization of enemy's air vectors, including using soft skill and hard skill, both kinetic and direct energy weapons. In fact, 2 or 3 days back, you would have heard about DRDO testing a particular integrated system in which there were QRSAMs, V-Sharrods, and 5 kilowatt lasers. Actually, they were all getting combined into one. We will have to look at multi-domain ISR, integration of ground, air, maritime, undersea, space sensors, all becoming a key necessity and integrating them. A colossal amount of integration will be required as multiple fields will need to be networked to provide a very fused picture to us. Colossal amounts of data will be needed to be analyzed for information and real-time response. Use of artificial intelligence, advanced computation, data analytics, big data, LLM, quantum technologies will be essential. For a vast country like this, like India, a project of this magnitude will require a whole of nation approach. But like always, I am very sure Indians will do it at a minimal and a very affordable cost to us. ਸੋ ਭਾਰਤ ਦੀ ਨਵੀਂ ਰੱਖਿਆ ਪ੍ਰਣਾਲੀ ਸੁਦਰਸ਼ਨ ਚੱਕਰ ਬਾਰੇ ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ 15 ਅਗਸਤ ਨੂੰ ਇਸ ਦਾ ਜ਼ਿਕਰ ਕੀਤਾ ਸੀ ਅਤੇ ਉਮੀਦ ਕੀਤੀ ਸੀ ਕਿ ਇਹ 2035 ਤੱਕ ਤਿਆਰ ਹੋ ਜਾਏਗਾ। ਇਹ ਪ੍ਰਣਾਲੀ ਭਾਰਤ ਦੇ ਮਹੱਤਵਪੂਰਨ ਫੌਜੀ, ਨਾਗਰਿਕ ਅਤੇ ਰਾਸ਼ਟਰੀ ਸਥਾਨਾਂ ਨੂੰ ਸੁਰੱਖਿਅਤ ਕਰਨ ਵਿੱਚ ਸਹਾਇਤਾ ਕਰੇਗੀ। ਸੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਤਿੰਨਾਂ ਸੈਨਾਵਾਂ ਨੇ ਯੁੱਧ ਵਿੱਚ ਨਵੀਨਤਾ ਅਤੇ ਰਣਨੀਤੀ ਤੇ ਰਾਸ਼ਟਰੀ ਪੱਧਰ ਦਾ ਰਣ ਸੰਵਾਦ 2025 ਆਯੋਜਿਤ ਕੀਤਾ। ਇਹ ਪ੍ਰੋਗਰਾਮ ਮੱਧ ਪ੍ਰਦੇਸ਼ ਵਿੱਚ ਕੀਤਾ ਗਿਆ। ਇਸ ਸੈਮੀਨਾਰ ਵਿੱਚ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਪੀਐਮ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਹਸਲਪੁਰ ਵਿੱਚ ਸੁਜ਼ੂਕੀ ਦੇ ਪਹਿਲੇ ਗਲੋਬਲ ਸਟ੍ਰੈਟੇਜਿਕ ਬੈਟਰੀ ਇਲੈਕਟ੍ਰੀਕਲ ਵਾਹਨ ਈ-ਵਿਟਾਰਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਹੈ। ਇਸ ਮੌਕੇ ਤੇ ਪੀਐਮ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹੁਣ ਦੁਨੀਆ ਦੇ ਦਰਜਨਾਂ ਦੇਸ਼ਾਂ ਵਿੱਚ ਚੱਲਣ ਵਾਲੀਆਂ ਈਵੀਜ਼ ਤੇ ਮੇਕ ਇਨ ਇੰਡੀਆ ਲਿਖਿਆ ਹੋਏਗਾ। ਪੀਐਮ ਨਰਿੰਦਰ ਮੋਦੀ ਨੇ ਇਸ ਮੌਕੇ ਕਿਹਾ ਹੈ ਕਿ ਭਾਰਤ ਹੁਣ ਵਿਸ਼ਵ ਪੱਧਰ ਤੇ ਮੇਕ ਫॉर ਦਾ ਵਰਲਡ ਦੇ ਟੀਚੇ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਪੀਐਮ ਨਰਿੰਦਰ ਮੋਦੀ ਨੇ ਇਸ ਮੌਕੇ ਇਹ ਵੀ ਕਿਹਾ ਕਿ ਹੁਣ ਭਾਰਤ ਵਿੱਚ ਬਣੇ ਇਲੈਕਟ੍ਰੀਕਲ ਵਾਹਨ
100 ਤੋਂ ਵੱਧ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਣਗੇ। ਦੇਸ਼ ਵਿੱਚ ਹਾਈਬ੍ਰਿਡ बैटरी इलेक्ट्रोड निर्माण भी शुरू हो गया है। गणेश उत्सव के इस उल्लास में आज भारत की मेक इन इंडिया इस यात्रा में एक नया अध्याय जुड़ रहा है। ये मेक इन इंडिया, मेक फॉर द वर्ल्ड हमारे उस लक्ष्य की तरफ एक बड़ी छलांग है। आज से भारत में बने इलेक्ट्रिक व्हीकल्स 100 देशों को एक्सपोर्ट किए जाएंगे। साथ ही आज हाइब्रिड बैटरी इलेक्ट्रोड मैन्युफैक्चरिंग भी स्टार्ट हो रही है। आज का ये दिन भारत और जापान की फ्रेंडशिप को भी नया आयाम दे रहा है। मैं सभी देशवासियों को, जापान को, सुजुकी कंपनी को बहुत बहुत बधाई देता हूं। एक प्रकार से 13 एज का आरंभ होता है और टीन एज पंख फैलाने का कालखंड होता है, सपनों की उड़ान भरने का कालखंड होता है और टीन एज में ढेर सारे ख्वाब उभरते हैं। एक प्रकार से पैर जमीन पे नहीं होते हैं टीन एज में। मुझे खुशी है कि आज मारुति टीन एज में एंटर कर रहा है। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਰਾਜਾਂ ਨੂੰ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣ ਦੀ ਅਪੀਲ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦਾ ਟੀਚਾ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣਾ ਹੈ। ਜਿੱਥੇ ਕਿ ਗੁਜਰਾਤ ਦੇ ਹਸਲਪੁਰ ਦੇ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਆਰਥਿਕ ਤਾਕਤ ਤੇ ਜ਼ੋਰ ਦਿੱਤਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੰਕੇਤਾਂ ਦੇ ਰਾਹੀਂ ਇੱਕ ਸਿੱਧਾ ਸੰਦੇਸ਼ ਦਿੱਤਾ। पीएम मोदी ने किया है कि भारत की सब तो वड्डी ताकत इसका लोकतंत्र, आबादी का फायदा और विशाल हुनरमंद कार्यबल है। उन्हें कहा है कि यह सारे तत्त मिलकर किसी भी विश्वव्यापी भाईवाल ਲਈ एक जित की स्थिति पैदा करते हैं। इसनूं साबित करने के लिए उन्होंने सुजुकी जापान कंपनी की उदाहरण दी जो भारत विच वाहन बना रही है और उन्होंने वापस जापान नूं निर्यात कर रही है। साथियों, भारत के पास डेमोक्रेसी की शक्ति है और भारत के पास डेमोग्राफी का एडवांटेज है। हमारे पास स्किल्ड वर्कफोर्स का बहुत बड़ा पूल है। इसलिए कि हमारे हर पार्टनर के लिए विन विन सिचुएशन बनाता है। आज आप देखिए, सुजुकी जापान भारत में मैन्युफैक्चरिंग कर रही है और जो गाड़ियां बन रही है वो वापस जापान को एक्सपोर्ट की जा रही है। ये जापान और भारत के रिश्तों की मजबूती तो है ही। भारत को लेकर ग्लोबल कंपनियों के भरोसे को भी ये आपके सामने प्रस्तुत करता है। एक तरह से मारुति, सुजुकी जैसी कंपनियां मेक इन इंडिया की ब्रांड एम्बेसडर बन चुकी है। लगातार 4 साल से मारुति भारत की सबसे बड़ी कार एक्सपोर्टर है।
ਸੋ ਪੀਐਮ ਨਰਿੰਦਰ ਮੋਦੀ ਨੇ ਮਾਰੂਤੀ ਸੁਜ਼ੂਕੀ ਵਰਗੀਆਂ ਕੰਪਨੀਆਂ ਨੂੰ ਮੇਕ ਇਨ ਇੰਡੀਆ ਪਹਿਲਕਦਮੀ ਦਾ ਬ੍ਰਾਂਡ ਐਂਬੈਸਡਰ ਦੱਸਿਆ, ਜੋ ਲਗਾਤਾਰ 4 ਸਾਲਾਂ ਤੋਂ ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਯਾਤਕ ਬਣੀ ਹੋਈ ਹੈ। ਪੀਐਮ ਨਰਿੰਦਰ ਮੋਦੀ 29 ਅਗਸਤ ਤੋਂ ਜਾਪਾਨ ਤੇ ਚੀਨ ਦੇ 4 ਰੋਜ਼ਾ ਦੌਰੇ ਤੇ ਜਾਣਗੇ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਵੱਲੋਂ ਸਾਂਝੀ ਕੀਤੀ ਗਈ। ਸੋ ਆਪਣੇ ਇਸ ਦੌਰੇ ਤੇ ਪਹਿਲੇ ਪੜਾਅ ਤਹਿਤ ਮੋਦੀ 2 ਦਿਨ ਜਾਪਾਨ ਵਿੱਚ ਰਹਿਣਗੇ, ਜਿੱਥੇ ਉਹ ਭਾਰਤ ਜਾਪਾਨ ਸਾਲਾਨਾ ਸੰਮੇਲਨ ਵਿੱਚ ਜਾਪਾਨੀ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਨਗੇ। ਇਸ ਫੇਰੀ ਦੌਰਾਨ ਦੋਵੇਂ ਪ੍ਰਧਾਨ ਮੰਤਰੀ ਭਾਰਤ ਅਤੇ ਜਾਪਾਨ ਵਿਚਕਾਰ ਵਿਸ਼ੇਸ਼ ਰਣਨੀਤਿਕ ਅਤੇ ਵਿਸ਼ਵ ਵਿਆਪੀ ਭਾਈਵਾਲੀ ਦੀ ਸਮੀਖਿਆ ਕਰਨਗੇ, ਜਿਸ ਵਿੱਚ ਰੱਖਿਆ ਅਤੇ ਸੁਰੱਖਿਆ, ਵਪਾਰ, ਅਰਥਵਿਵਸਥਾ, ਟੈਕਨੋਲੋਜੀ ਅਤੇ ਨਵੀਨਤਾ ਅਤੇ ਲੋਕਾਂ ਦੇ ਆਦਾਨ ਪ੍ਰਦਾਨ ਸ਼ਾਮਲ ਨੇ। ਇਸ ਦੇ ਨਾਲ ਖੇਤਰੀ ਅਤੇ ਵਿਸ਼ਵ ਵਿਆਪੀ ਮਹੱਤਵ ਦੇ ਮੁੱਦਿਆਂ ਤੇ ਵੀ ਚਰਚਾ ਕੀਤੀ ਜਾਏਗੀ। ਇਹ ਫੇਰੀ ਦੋਵਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਵਿਸ਼ੇਸ਼ ਦੋਸਤਾਨਾ ਸਬੰਧਾਂ ਦੀ ਪੁਸ਼ਟੀ ਕਰੇਗੀ। Today, as you are aware, the Prime Minister, Shri Narendra Modi, is embarking on an official visit to Japan on the evening of 28th August. He will be in Japan on the 29th and the 30th of August for holding the 15th India-Japan Annual Summit with the Prime Minister of Japan, His Excellency Shigeru Ishiba. This is a significant visit for several reasons. It's Prime Minister Modi's first annual summit with Prime Minister Ishiba. It is also his first standalone visit to Japan in nearly 7 years. He last visited for the annual summit in 2018. Since then, of course, he has visited Japan, but that has been for multilateral engagements and other ceremonial events. So this will be a visit that will be fully dedicated to the bilateral agenda between India and Japan. This is also Prime Minister's 8th visit to Japan since he took office in 2014 and reflects the very high priority that this particular relationship has in our foreign relations. ਤੁਹਾਨੂੰ ਦੱਸ ਦਈਏ ਕਿ ਇਹ ਕਈ ਕਾਰਨਾਂ ਕਰਕੇ ਇੱਕ ਮਹੱਤਵਪੂਰਨ ਦੌਰਾ ਹੈ। ਇਹ ਪ੍ਰਧਾਨ ਮੰਤਰੀ ਮੋਦੀ ਦਾ ਇਸ਼ੀਬਾ ਨਾਲ ਪਹਿਲਾ ਸਾਲਾਨਾ ਸੰਮੇਲਨ ਹੈ। ਦੱਸ ਦੇਣਾ ਚਾਹਾਂਗੇ ਕਿ 2014 ਦੇ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਦਾ ਜਾਪਾਨ ਦਾ 8ਵਾਂ ਦੌਰਾ ਵੀ ਹੈ ਅਤੇ ਸਾਡੇ ਵਿਦੇਸ਼ੀ ਸਬੰਧਾਂ ਵਿੱਚ ਇਸ ਖਾਸ ਸਬੰਧ ਦੀ ਬਹੁਤ ਉੱਚ ਤਰਜੀਹ ਨੂੰ ਦਰਸਾਉਂਦਾ ਹੈ। ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ। ਕਈ ਘਰ ਪਾਣੀ ਵਿੱਚ ਵਹਿ ਗਏ ਨੇ। 3 ਲੋਕਾਂ ਦੀ ਜਾਨ ਚਲੀ ਗਈ ਹੈ। ਖਤਰੇ ਨੂੰ ਵੇਖਦੇ ਹੋਏ ਵੈਸ਼ਨੋ ਦੇਵੀ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਲਗਾਤਾਰ ਮੀਂਹ ਦੇ ਕਾਰਨ ਚਨਾਬ ਨਦੀ ਦੇ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ। ਨਦੀ ਦੇ ਭਿਆਨਕ ਰੂਪ ਨੂੰ ਵੇਖ ਕੇ ਲੋਕ ਡਰ ਗਏ ਨੇ। ਕਿਸੇ ਵੀ ਖਤਰੇ ਨਾਲ ਨਜਿੱਠਣ ਦੇ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਥਾਥਰੀ ਉਪਮੰਡਲ ਵਿੱਚ ਬੱਦਲ ਫਟਣ ਦੇ ਕਾਰਨ ਭਾਰੀ ਤਬਾਹੀ ਮਚ ਗਈ ਹੈ। ਇਸ ਆਫਤ ਕਾਰਨ ਚਨਾਬ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਗਿਆ, ਜਿਸ ਨਾਲ ਵੈਸ਼ਨੋ ਦੇਵੀ ਯਾਤਰਾ ਅਤੇ ਜੰਮੂ ਸ਼੍ਰੀਨਗਰ ਹਾਈਵੇ ਬੰਦ ਹੋ ਗਿਆ। ਹੁਣ ਤੱਕ ਇਸ ਘਟਨਾ ਦੇ ਵਿੱਚ 4 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਬੱਦਲ ਫਟਣ ਤੋਂ ਬਾਅਦ ਪਹਾੜਾਂ ਤੋਂ ਪਾਣੀ ਅਤੇ ਮਲਬੇ ਦਾ ਹੜ੍ਹ ਆ ਗਿਆ, ਜਿਸ ਨੇ ਦਰਖਤਾਂ, ਘਰਾਂ ਅਤੇ ਸੜਕਾਂ ਨੂੰ ਬਹਾ ਦਿੱਤਾ ਹੈ। ਪਾਣੀ ਦਾ ਤੇਜ਼ ਵਹਾਅ ਨਦੀਆਂ ਅਤੇ ਨਾਲਿਆਂ ਵਿੱਚ ਦਾਖਲ ਹੋ ਗਿਆ ਹੈ, ਜਿਸ ਨਾਲ ਇਹਨਾਂ ਦਾ ਪਾਣੀ ਓਵਰਫਲੋ ਹੋ ਗਿਆ। ਸੜਕਾਂ ਤੇ ਬਾਜ਼ਾਰ ਪੂਰੀ ਤਰ੍ਹਾਂ ਦੇ ਨਾਲ ਪਾਣੀ ਵਿੱਚ ਡੁੱਬ ਗਏ ਨੇ, ਜਿਸ ਕਾਰਨ ਬਿਜਲੀ ਅਤੇ ਸੰਚਾਰ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਨੇ। ਕੁੱਲੂ ਮਨਾਲੀ ਹਾਈਵੇ 3 ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਇਸ ਹਾਈਵੇ ਦਾ ਇੱਕ ਹਿੱਸਾ ਵੀ ਵਹਿ ਗਿਆ। ਸੋ ਖਰਾਬ ਮੌਸਮ ਦੇ ਕਾਰਨ ਜੰਮੂ ਕਸ਼ਮੀਰ ਸਕੂਲ ਸਿੱਖਿਆ ਬੋਰਡ ਨੇ 27 ਅਗਸਤ ਨੂੰ ਹੋਣ ਵਾਲੀਆਂ 10ਵੀਂ ਅਤੇ 11ਵੀਂ ਜਮਾਤ ਦੀਆਂ ਸਾਰੀਆਂ ਹੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਨੇ। ਨਵੀਆਂ ਤਾਰੀਖਾਂ ਬੋਰਡ ਵੱਲੋਂ ਜਲਦ ਹੀ ਜਾਰੀ ਕੀਤੀ ਜਾਣਗੀਆਂ। ਸੋ ਚਨਾਬ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਨਦੀ ਦੇ ਕੰਢਿਆਂ ਤੇ ਰਹਿਣ ਵਾਲੇ ਲੋਕਾਂ ਲਈ ਖਤਰਾ ਪੈਦਾ ਹੋ ਗਿਆ। ਅਧਿਕਾਰੀ ਸਥਿਤੀ ਦੀ ਨਜ਼ਰ ਰੱਖ ਰਹੇ ਨੇ ਅਤੇ ਪ੍ਰਭਾਵਿਤ ਇਲਾਕੇ ਵਿੱਚ ਰਾਹਤ ਤੇ ਬਚਾਅ ਕਾਰਜ ਜਾਰੀ ਨੇ। ਧਿਆਨ ਦੇਣ ਯੋਗ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਤਵੀ ਨਦੀ ਵੀ ਪਹਿਲਾਂ ਹੀ ਓਵਰਫਲੋ ਹੋ ਚੁੱਕੀ ਹੈ। ਮੌਸਮ ਵਿਭਾਗ ਦੀ ਚੇਤਾਵਨੀ ਦੇ ਮੱਦੇਨਜ਼ਰ ਕਠੂਆ, ਸਾਂਬਾ, ਡੋਡਾ, ਜੰਮੂ, ਰਾਮਬਨ ਅਤੇ ਕਿਸ਼ਤਵਾੜ ਸਮੇਤ ਕਈ ਜ਼ਿਲ੍ਹਿਆਂ ਵਿੱਚ ਸਾਵਧਾਨੀ ਵਜੋਂ ਸਕੂਲ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸਨ। ਸੋ ਐਸਡੀਐਮ ਅਰੁਣ ਕੁਮਾਰ ਬਾਡੀਆ ਨੇ ਦੱਸਿਆ ਕਿ ਲਗਾਤਾਰ ਮੀਂਹ ਦੇ ਕਾਰਨ ਕੁਝ ਘਰਾਂ ਵਿੱਚ ਤਰੇੜਾਂ ਆ ਗਈਆਂ ਨੇ ਅਤੇ ਖਤਰੇ ਵਾਲੇ ਘਰਾਂ ਦੇ ਪਰਿਵਾਰਾਂ ਨੂੰ ਨੇੜਲੇ ਸੁਰੱਖਿਅਤ ਸਥਾਨਾਂ ਤੇ ਤਬਦੀਲ ਕੀਤਾ ਜਾ ਰਿਹਾ ਹੈ। ਸੋ ਪ੍ਰਸ਼ਾਸਨ ਨੇ ਲੋਕਾਂ ਨੂੰ ਪਹਾੜੀ ਖੇਤਰਾਂ ਦੇ ਵਿੱਚ ਟ੍ਰੈਕਿੰਗ ਤੋਂ ਬਚਣ ਅਤੇ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਸਲਾਹ ਦਿੱਤੀ ਹੈ।
ਬਿਹਾਰ ਦੀ ਧਰਤੀ ਤੇ ਪਹਿਲੀ ਵਾਰ ਹੀਰੋ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਇਤਿਹਾਸ ਰਚਣ ਜਾ ਰਿਹਾ ਹੈ, ਜਿਸ ਦਾ 12ਵਾਂ ਐਡੀਸ਼ਨ 29 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸਿਰਫ ਇੱਕ ਟੂਰਨਾਮੈਂਟ ਨਹੀਂ ਹੈ, ਸਗੋਂ 2026 ਦੇ FIH ਹਾਕੀ ਵਿਸ਼ਵ ਕੱਪ ਤੱਕ ਪਹੁੰਚਣ ਦਾ ਸੁਨਹਿਰੀ ਮੌਕਾ ਹੈ। ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨ ਲਈ ਤਿਆਰ ਹੈ। ਇਹ ਮੈਗਾ ਇਵੈਂਟ ਬਿਹਾਰ ਲਈ ਮਾਣ ਵਾਲੀ ਗੱਲ ਹੈ, ਜਿੱਥੇ ਏਸ਼ੀਆ ਦੀਆਂ ਚੋਟੀ ਦੀਆਂ ਟੀਮਾਂ ਟਕਰਾਉਣਗੀਆਂ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਟੀਮ ਏਸ਼ੀਆ ਕੱਪ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਦੱਸਿਆ ਕਿ ਹਾਲ ਹੀ ਵਿੱਚ ਆਸਟ੍ਰੇਲੀਆ ਵਿਰੁੱਧ ਅਭਿਆਸ ਮੈਚ ਖੇਡੇ ਗਏ ਸਨ, ਜਿੱਥੇ ਸ਼ੁਰੂਆਤੀ ਹਾਰ ਤੋਂ ਬਾਅਦ ਜਿੱਤ ਨੇ ਟੀਮ ਦਾ ਆਤਮ ਵਿਸ਼ਵਾਸ ਵਧਾਇਆ। ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਮੈਦਾਨ ਤੇ ਸ਼ਾਂਤ ਅਤੇ ਸੰਜਮ ਰਹਿਣਾ ਪਸੰਦ ਹੈ। ਸਾਡੀ ਟੀਮ ਨੇ ਸਖਤ ਮਿਹਨਤ ਕੀਤੀ ਹੈ ਅਤੇ ਅਸੀਂ ਜਿੱਤਣ ਲਈ ਤਿਆਰ ਹਾਂ। तैयारी अच्छी रही है हमारी, क्योंकि पिछले डेढ़ महीने से हम कैंप में भी थे और हमारा टूर भी था। तो जो तैयारी रही है, जो जिस चीज़ों पे हमने वर्क करना था, हमने काफ़ी उस पर फोकस किया है। तो उम्मीद करते हैं कि जितने भी जब पहला मैच पे उतरेंगे मैच के लिए, तो अच्छा परफॉर्मेंस रहेगा, अच्छा एनर्जी के साथ स्टार्ट करेंगे। एक्चुअली 24 लोगों की हमारा जो टीम गई थी, और वहाँ पे जो फर्स्ट 2 मैचेस थे हमारे, डेफिनेटली वो एक लाइक सभी प्लेयरों को एक चांस देना एंड टीम सेलेक्शन सब कुछ है ना। तो लास्ट 2 मैचेस है उसमें हम एक जीते हैं और एक हम थोड़ा क्लोजली लूज़ किए हैं। तो आई थिंक हम जिस टारगेट के लिए गए थे, जो अचीव करने गए थे, हमने वहाँ पे अचीव किया कि जो एज ए टीम हमने ग्रोथ किया, प्रोग्रेस किया है। क्योंकि एशिया कप से पहले ऑस्ट्रेलिया जैसी टीम के साथ मैच मिल जाना, तो इट्स गुड फॉर द टीम। आई थिंक दोनों डी हॉकी में अगर इम्पोर्टेंट है, जो दोनों सर्कल हैं, जो हम डी बोल देते हैं जिसको। सो आई थिंक अगर आप अटैकिंग वाइज जा रहे हो, तो जो भी आपको चांसेस मिल रहे हैं वहाँ वो आपको अच्छे से अवेल करने हैं और डेफिनेटली कुछ आउटकम लेके आना है। एंड सेम वे अगर आप डिफेंस कर रहे हो, तो स्ट्रॉन्ग डिफेंस, गुड मैन टू मैन मार्किंग और गुड स्ट्रक्चर के साथ हमें वो मेंटेन करना है। तो उस पर ज़्यादा फोकस कर रहे हैं। नहीं, एक अच्छा मैच होता है सर, लोगों को मज़ा आता है, हमें खेल के अच्छा लगता है, और पूरे लोगों के, पूरे देश के इमोशन जुड़े होते हैं उस मैच के दौरान। तो एक्साइटेड रहता है मैच, टेंस भी रहता है कभी कभी। सो बट या कुछ रीज़न के कारण नहीं है, बट आई थिंक फ्यूचर में कभी ना कभी तो मिलेंगे हम उनसे। ਦੱਸ ਦੇਣਾ ਚਾਹਾਂਗੇ ਕਿ ਹਰਮਨਪ੍ਰੀਤ ਸਿੰਘ ਇੱਕ ਭਾਰਤੀ ਫੀਲਡ ਹਾਕੀ ਖਿਡਾਰੀ ਹੈ, ਜੋ ਭਾਰਤੀ ਰਾਸ਼ਟਰੀ ਟੀਮ ਦੇ ਲਈ ਇੱਕ ਡਿਫੈਂਡਰ ਅਤੇ ਟਰੈਕ ਫਲੀਕਰ ਵਜੋਂ ਖੇਡਦਾ ਹੈ। ਹਾਕੀ ਦੇ ਕਪਤਾਨ ਹਰਮਨਪ੍ਰੀਤ ਸਿੰਘ ਦਾ ਜਨਮ 6 ਜਨਵਰੀ 1996 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਟੀਮੋਵਾਲ ਵਿੱਚ ਹੋਇਆ ਸੀ। ਹਰਮਨਪ੍ਰੀਤ ਸਿੰਘ ਨੂੰ ਸਰਪੰਚ ਵੀ ਕਿਹਾ ਜਾਂਦਾ ਹੈ ਅਤੇ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਟਰੈਕਟਰ ਚਲਾਉਣਾ ਸਿੱਖ ਕੇ ਪਿਤਾ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਸੋ ਸਿੰਘ ਨੇ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਤੋਂ ਹਾਕੀ ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਸੋ ਪੰਜਾਬ ਨਿਊਜ਼ ਦੀਆਂ ਇਹਨਾਂ ਖਬਰਾਂ ਵਿੱਚ ਫਿਲਹਾਲ ਇੰਨਾ ਹੀ। ਇਸ ਦੇ ਨਾਲ ਤਸਵਿੰਦੋ ਆ ਗਿਆ। ਧੰਨਵਾਦ।